ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਇਹ ਜਾਣਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਹੀ ਦੁਖੀਆਂ ਦਾ, ਗਰੀਬਾਂ ਦਾ, ਬੇਆਸਰਿਆਂ ਦਾ ਉਧਾਰ ਕੀਤਾ। ਅੱਜ ਅਸੀਂ ਇਸ ਤਰ੍ਹਾਂ ਹੀ ਗੁਰੂ ਪਿਆਰਿਓ ਮਹਾਰਾਜ ਜੀ ਦੀ ਉਹ ਕਥਾ ਵਿਚਾਰ ਸਰਵਣ ਕਰਾਂਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਪੁਰਾਣੇ, ਬਹੁਤ ਸਦੀਆਂ ਪੁਰਾਣੇ ਇੱਕ ਕਾਂ ਦਾ ਉਧਾਰ ਕੀਤਾ ਸੀਗਾ। ਇਹ ਜੋ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਹੈ ਜੀ, ਜਿਹਦੀ ਕਥਾ ਪੁਰਾਤਨ ਸਮੇਂ ਤੋਂ ਹੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਕੀਤੀ ਜਾਂਦੀ ਸੀ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਨੇ ਜਿਨ੍ਹਾਂ ਨੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ, ਪਰ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਂ ਆਓ ਜੀ ਆਪਾਂ ਹੁਣ ਗੁਰੂ ਨਾਨਕ ਦੇਵ ਜੀ 'ਤੇ ਯਕੀਨ ਕਰੀਏ, ਭਰੋਸਾ ਬਣਾਈਏ ਅਤੇ ਇਹ ਜੋ ਕਥਾ ਵਿਚਾਰ ਹੈ ਆਪਾਂ ਸਰਵਣ ਕਰੀਏ। ਭਾਈ ਬਾਲਾ ਜੀ ਇਹ ਕਥਾ ਕਹਿ ਰਹੇ ਆ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਮਹਾਰਾਜ ਅਗਰਜ ਗਮਨੇ ਸ਼੍ਰੀ ਗੁਰੂ ਗਏ ਏਕ ਅਸਥਾਨ। ਗੁਰੂ ਨਾਨਕ ਸਾਹਿਬ ਜੀ ਚੱਲਦੇ ਹੋਏ ਇੱਕ ਸਥਾਨ 'ਤੇ ਪਹੁੰਚੇ ਆ ਅਤੇ ਉੱਥੇ ਬਿਹੰਗਮਾਂ ਦੇ ਵਿੱਚ ਕਾਕ ਪਸੁੰਡ ਜੀ ਬੈਠੇ ਸੀਗੇ, ਜਿੱਥੇ ਬਹੁਤ ਬਿਹੰਗਮ ਸਾਧੂ ਰਹਿੰਦੇ ਸੀ। ਉੱਥੇ ਹੀ ਕਾਕ ਪਸੁੰਡ ਬਿਰਾਜ ਰਹੇ ਆ। ਕਾਕ ਪਸੁੰਡ ਸਾਰੇ ਸਾਧੂਆਂ ਵਿੱਚ ਬੈਠੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਆ। ਉੱਥੇ ਇੱਕ ਵੱਡਾ ਸਾਰਾ ਬਿਹੰਗਮ ਉਚਰਤ ਕਥਾ ਪ੍ਰੇਮ ਉਰਜਾਹੀ, ਬੜੀ ਪ੍ਰੇਮ ਦੇ ਨਾਲ ਕਥਾ ਉਚਾਰਨ ਕਰ ਰਿਹਾ। ਸਾਧੂ ਸੰਤ ਕਥਾ ਸੁਣ ਰਹੇ ਆ। ਇਹ ਆਪਾਂ ਵੇਖਦੇ ਹਾਂ ਵੀ ਜਿਵੇਂ ਕਿ ਅਜੋਕੇ ਬੰਦੇ ਜਿਹੜੇ ਲੋਕ ਆ ਉਹ ਸ਼ੋਰ ਸ਼ਰਾਬੇ ਵਾਲਾ ਗੀਤ ਸੰਗੀਤ ਜਿੱਥੇ ਸੁਣਦੇ ਆ, ਪਰ ਗੁਰੂ ਪਿਆਰਿਓ, ਰੱਬ ਦੇ ਪਿਆਰੇ ਗੁਰੂ ਦੀ ਕਥਾ ਸੁਣ ਕੇ ਹੀ ਖੁਸ਼ ਹੁੰਦੇ ਆ। ਉਹ ਮਹਾਂਪੁਰਖ ਸਾਧੂ ਜਨ ਜਿਹੜੇ ਹਨ ਉਹ ਕਥਾ ਵਿਚਾਰ ਸੁਣ ਰਹੇ ਆ, ਜਿਨ੍ਹਾਂ ਵਿੱਚ ਭਗਤੀ ਕਰਨ ਬਾਰੇ ਬੜਾ ਪ੍ਰੇਮ ਅਤੇ ਉਤਸ਼ਾਹ ਹੈ। ਅਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਹਨ। ਬੈਸ ਜਾਏ ਤਹਾਂ ਸੁਖਕਾਰੀ, ਮੈਂ ਮਰਦਾਨਾ ਜਿਨ ਸੰਗਾਰੀ। ਹੁਣ ਕੁਝ ਸੰਗਤਾਂ ਮੰਨਦੀਆਂ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਕੇਵਲ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਕਿ ਇਕੱਲੇ ਭਾਈ ਮਰਦਾਨਾ ਜੀ ਹੀ ਨਾਲ ਸੀਗੇ। ਪਰ ਸਾਡੇ ਕੁਝ ਪੁਰਾਤਨ ਗ੍ਰੰਥ, ਜਿਸ ਤਰ੍ਹਾਂ ਇਹ ਗ੍ਰੰਥ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ, ਗੁਰੂ ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ ਦੀ ਰਚਨਾ, ਇਹਦੇ ਵਿੱਚ ਤੇ ਭਾਈ ਬਾਲਾ ਜੀ ਜਨਮ ਸਾਖੀ ਵਿੱਚ ਹੈ ਵੀ ਭਾਈ ਬਾਲਾ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੀਗੇ। ਮੇਰੇ ਗੁਰੂ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਚੌਰ, ਦੂਜੇ ਹੱਥ ਫੱਬੇ। ਗੁਰੂ ਨਾਨਕ ਦੇਵ ਜੀ ਦੇ ਨਾਲ ਭਾਵ ਦੋ ਅਨੰਨ ਪਿਆਰੇ ਸਾਥੀ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨਾਲ ਸੀਗੇ। ਇਹ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ। ਇਹਦੀ ਕਥਾ ਬਹੁਤ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਤਖਤ ਸਾਹਿਬਾਨਾਂ ਦੇ ਉੱਪਰ ਵੀ ਕੀਤੀ ਜਾਂਦੀ ਹੈ। ਇਹ ਆਪਾਂ ਜਾਣਦੇ ਹਾਂ। ਜਿਹੜੀਆਂ ਸੰਗਤਾਂ ਇਸ ਬਾਰੇ ਜਾਣਕਾਰੀ ਰੱਖਦੀਆਂ ਉਹਨਾਂ ਨੂੰ ਇਹ ਸਾਰੀ ਗੱਲ ਦਾ ਪਤਾ ਹੈ। ਤਾਂ ਗੁਰੂ ਪਿਆਰਿਓ, ਰਹੋ ਵਿਚਾਰ। ਉੱਥੇ ਕਥਾ ਕਾਕ ਪਸੁੰਡ ਜੀ ਵੀ ਸੁਣ ਰਹੇ ਆ। ਸੁਖਕਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਬੈਠ ਗਏ। ਜਦੋਂ ਕਾਕ ਪਸੁੰਡ ਕਥਾ ਕਰਨ ਤੋਂ ਹਟ ਗਿਆ ਨਾ, ਸਾਰੇ ਬਿਹੰਗਮ ਸਾਧੂਆਂ ਨੇ ਮਿਲ ਕੇ ਉਹਨੂੰ ਮੱਥਾ ਟੇਕਿਆ, ਬੰਦਨਾ ਕੀਤੀ ਕਿ ਇਹਨੇ ਭਾਈ ਸਾਨੂੰ ਰੱਬ ਦੀਆਂ ਗੱਲਾਂ ਦੱਸੀਆਂ। ਫਿਰ ਕਾਫੀ ਸਮਾਂ ਬੀਤ ਗਿਆ। ਬਹੁਰ ਕੇਤਕ ਕਾਲ ਬਿਤਾਵਾ, ਸ਼ਬਦ ਤਵੇ ਮਰਦਾਨੇ ਗਾਵਾ। ਉਦੋਂ ਫਿਰ ਭਾਈ ਮਰਦਾਨਾ ਜੀ ਜਿਹੜੇ ਹਨ ਉਹਨਾਂ ਨੇ ਇੱਕ ਸ਼ਬਦ ਗਾਇਨ ਕੀਤਾ
ਗੁਰੂ ਸਾਹਿਬ ਜੀ ਦਾ ਸ਼ਬਦ ਸੁਣ ਕੇ ਕਾਕ ਪਸੁੰਡ ਪ੍ਰੇਮ ਨਾਲ ਭਰ ਗਿਆ। ਬਦਿਓ ਆਨੰਦੋਦ ਅਦਕ ਲੱਗੀ ਸਮਾਦ ਵਿਸ਼ੇਖ। ਜਿਵੇਂ ਪੁੰਨਿਆਂ ਦੇ ਚੰਦਰਮਾ ਨੂੰ ਵੇਖ ਕੇ ਸਾਗਰ ਵਿੱਚ ਸਮੁੰਦਰ ਵਿੱਚ ਖੁਸ਼ੀ ਆ ਜਾਂਦੀ ਆ, ਇਵੇਂ ਕਾਕ ਪਸੁੰਡ ਦੀ ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਕਾਫੀ ਸਮੇਂ ਤੱਕ ਸ਼ਬਦਾਂ ਦਾ ਗਾਇਨ ਕਰਦੇ ਰਹੇ, ਫਿਰ ਚੁੱਪ ਕਰਕੇ ਬੈਠ ਗਏ। ਇੱਕਦਮ ਉਹ ਕਾਕ ਪਸੁੰਡ ਨੇ ਆਪਣੇ ਨੇਤਰ ਖੋਲ੍ਹਿਆ, ਮੁਖ ਤੋਂ ਮਿੱਠੇ ਤੇ ਕੋਮਲ ਸ਼ਬਦਾਂ ਦਾ ਉਚਾਰਨ ਕੀਤਾ ਕਿ ਭਾਈ ਇਹ ਤੂੰ ਕਿਸ ਦਾ ਸ਼ਬਦ ਗਾਇਆ ਹੈ ਜੋ ਗਾ ਰਿਹਾ? ਮਹਾ ਮੋਹ ਦੇ ਮਨ ਵਾਸਤੇ ਜੋ ਦਾਵਾ ਨਾਲ ਅਗਨੀ ਦੇ ਸਮਾਨ ਆ, ਇੰਨਾ ਸੁੰਦਰ ਸ਼ਬਦ ਕਿਹਦੀ ਬਾਣੀ ਆ ਇਹ, ਜਿਹਦੇ ਸੁਣਨ ਨਾਲ ਉਤਸ਼ਾਹ ਵਧਿਆ ਹੈ? ਬੜਾ ਸੋਹਣਾ ਪ੍ਰੇਮ ਨਾਲ ਤੂੰ ਗਾਇਆ ਹੈ। ਮੈਨੂੰ ਸ਼ਬਦ ਦੇ ਲਿਖਾਰੀ ਦਾ ਨਾਮ ਦੱਸੋ ਤੇ ਕੋ ਨਾਮ ਬਤਾਵੋ ਮੋਹੀ। ਕਈ ਵਾਰ ਆਪਾਂ ਕੋਈ ਚੀਜ਼ ਸੁਣਦੇ ਹਾਂ ਤੇ ਆਪਾਂ ਨੂੰ ਐਂ ਹੁੰਦਾ ਵੀ ਪਤਾ ਕਰੀਏ ਇਹਦਾ ਲੇਖਕ ਕੌਣ ਆ, ਇਹ ਕਵਿਤਾ ਦਾ ਕਵੀ ਕੌਣ ਆ। ਕਈ ਵਾਰੀ ਗਾਉਣ ਵਾਲਾ ਕੋਈ ਹੋਰ ਹੁੰਦਾ, ਲਿਖਣ ਵਾਲਾ ਕੋਈ ਹੋਰ ਹੁੰਦਾ ਹੈ। ਸੰਗਤ ਜੀ, ਇਸੇ ਤਰ੍ਹਾਂ ਹੀ ਉਹਨਾਂ ਆਖਿਆ ਵੀ ਇਹ ਸ਼ਬਦ ਦੇ ਲਿਖਾਰੀ ਕੌਣ ਆ, ਮੈਨੂੰ ਦੱਸੋ। ਉਹ ਬੜੇ ਭਗਤੀ ਰੰਗ ਵਿੱਚ ਰੰਗੇ ਲੱਗਦੇ ਆ। ਭਾਈ ਮਰਦਾਨਾ ਜੀ ਕਹਿੰਦੇ ਕਿ ਦੇਖੋ ਜੀ, ਇਹ ਜਿਹੜਾ ਸ਼ਬਦ ਹੈ ਨਾ, ਸੁਣ ਮਰਦਾਨੇ ਬਚਨ ਬਖਾਨਾ, ਸ਼੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਜਿਹੜੇ ਸਾਰੇ ਗੁਣਾਂ ਦੀ ਖਾਨ ਹਨ, ਗੁਰੂ ਨਾਨਕ ਸਾਹਿਬ ਜੀ ਦਾ ਇਹ ਜੋ ਸ਼ਬਦ ਹੈ, ਇਹ ਉਹਨਾਂ ਦੁਆਰਾ ਗਾਇਨ ਕੀਤਾ ਹੋਇਆ ਹੈ, ਇਹਨਾਂ ਦੀ ਹੀ ਰਚਨਾ ਹੈ। ਇਹ ਨਿਰੰਕਾਰ ਦੇ ਅਵਤਾਰ ਨੇ। ਜਦੋਂ ਕਾਕ ਪਸੁੰਡ ਨੇ ਆਪਦੇ ਕੰਨਾਂ ਨਾਲ ਸੁਣਿਆ, ਉਹਨੇ ਆ ਕੇ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਿਆ ਸੀ। ਉਹ ਤੂਰ ਨਾਏ ਚਰਨ ਲਪਟਾਨਾ। ਉਹਨਾਂ ਨੂੰ ਵੇਖ ਕੇ ਸਾਰੇ ਵਿਹੰਗਮ ਸਾਧੂ ਵੀ ਆ ਗਏ। ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਜੀ ਨੂੰ ਵੰਦਨਾ ਕਰਕੇ ਮੱਥਾ ਟੇਕਿਆ। ਸਾਰਿਆਂ ਨੇ ਸੁੱਖ ਪ੍ਰਾਪਤ ਕੀਤਾ। ਕਾਕ ਪਸੁੰਡ ਜੋਰ ਜਗ ਹਾਥਾ, ਬੋਲਿਓ ਬਚਨ ਪ੍ਰਭੂ ਕੇ ਸਾਥਾ। ਕਾਕ ਪਸੁੰਡ ਨੇ ਦੋਵੇਂ ਹੱਥ ਜੋੜੇ ਆ, ਗੁਰੂ ਜੀ ਨਾਲ ਇਸ ਤਰ੍ਹਾਂ ਬਚਨ ਕੀਤੇ, ਇਹ ਸੁਧ ਮੋਕੋ ਹੁਤੀ ਅਗਾਰੀ, ਪ੍ਰਗਟੈ ਹਰ ਕਲ ਕਾਲ ਮਝਾਰੀ। ਕਹਿੰਦੇ ਇਹ ਖਬਰ ਮੈਨੂੰ ਪਹਿਲਾਂ ਹੀ ਮਿਲ ਚੁੱਕੀ ਆ, ਇਹ ਖਬਰ ਮੈਨੂੰ ਪਹਿਲਾਂ ਹੀ ਮਿਲ ਚੁੱਕੀ ਆ ਵੀ ਕਲਯੁਗ ਵਿੱਚ ਹਰੀ ਨੇ ਅਵਤਾਰ ਲਿਆ। ਦੇਖੋ ਉਹ ਕਾਂ ਜਿਹੜਾ ਹੈ ਕਾਕ ਪਸੁੰਡ, ਉਹਦੀ ਬੰਦਗੀ ਕਿੰਨੀ ਆ, ਕਿਉਂਕਿ ਉਹਨੇ ਆਪਦਾ ਸਾਰਾ ਕੁਝ ਦੱਸਣਾ ਨਾ। ਹੁਣ ਅੱਗੇ ਜਾ ਕੇ ਆਪ ਜੀ ਨੂੰ ਸਾਰੀ ਗੱਲ ਜਿਹੜੀ ਸਪਸ਼ਟ ਸਮਝ ਆਵੇਗੀ। ਮੇਰੇ ਹਿਰਦੇ ਵਿੱਚ ਇਹ ਵੱਡੀ ਚਾਹ ਸੀ, ਮੈਂ ਗੁਰੂ ਜੀ ਦੇ ਦਰਸ਼ਨ ਕਰਾਂ। ਸਬੱਬ ਦੇ ਨਾਲ ਕਹਿੰਦਾ ਮੇਰੇ ਕੋਲ ਆਏ ਆ, ਬੇਦੀ ਕੁਲ ਦੇ ਦੀਪਕ ਨੇ ਮੈਨੂੰ ਦਰਸ਼ਨ ਦਿੱਤੇ ਆ, ਮੇਰਾ ਮਨੋਰਥ ਪੂਰਾ ਕੀਤਾ। ਆਪਣੀਆਂ ਅੱਖਾਂ ਦੇ ਨਾਲ ਅੱਜ ਮੈਂ ਇਹਨਾਂ ਦਾ ਸਰੂਪ ਦੇਖਿਆ। ਕਲੀ ਕਾਲ ਮਤ ਮੰਦ ਬਮੂਡਾ। ਕਲਯੁਗ ਦੇ ਲੋਕ ਉਹ ਕਹਿੰਦੇ ਵੀ ਬਹੁਤ ਪਾਗਲ ਹੋ ਗਏ। ਆਪਾਂ ਦੇਖੀ ਜਾਂਦੇ ਆ ਵੀ ਕਲਯੁਗ ਦੇ ਲੋਕਾਂ ਦਾ ਹਾਲ ਕੀ ਆ। ਸੋਚਦੇ ਕੁਝ ਆ, ਕਰਦੇ ਕੁਝ ਆ, ਦੱਸਦੇ ਕੁਝ ਆ। ਇੰਨਾ ਮਨ ਜਿਹੜਾ ਉਪਰਾਮ ਇਹਨਾਂ ਦਾ ਉਚਾਟ ਜਿਹੜਾ ਹੋਇਆ ਪਿਆ। ਕਲਯੁਗ ਵਿੱਚ ਲੋਕ ਮਤਹੀਣਾ, ਮੂਰਖਾ, ਮੋਹ ਵਿੱਚ ਪੈ ਕੇ ਲੋਕਾਂ ਦਾ ਧਰਮ ਗਵਾਚ ਗਿਆ ਹੈ। ਮੋਹ ਦੇ ਵਿੱਚ ਫਸੇ ਹੋਏ ਆ, ਧਰਮ ਉਹਨਾਂ ਦਾ ਭ੍ਰਿਸ਼ਟ ਹੋ ਗਿਆ ਹੈ। ਉਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਤੇ ਉਹਨਾਂ ਦੇ ਹਿਰਦਿਆਂ ਵਿੱਚ ਖੋਟੀ ਬੁੱਧੀ ਦੀ ਗੰਢ ਨੂੰ ਦੂਰ ਕਰਨ ਵਾਸਤੇ ਆਏ ਆ। ਇਸ ਧਰਤੀ ਦੇ ਉੱਪਰ ਗੁਰੂ ਨਾਨਕ ਦੇਵ ਜੀ ਨੇ, ਪਰਮਾਤਮਾ ਨੇ ਮਨੁੱਖ ਦਾ ਸਰੀਰ ਧਾਰਨ ਕੀਤਾ ਹੈ। ਤੁਸੀਂ ਤਿੰਨਾਂ ਲੋਕਾਂ ਦਾ ਆਧਾਰ ਹੋ। ਜਿਹੜਾ ਵੀ ਤੁਹਾਡੇ ਚਰਨਾਂ ਦੀ ਸ਼ਰਨ ਆਵੇਗਾ ਗੁਰੂ ਨਾਨਕ ਜੀ, ਉਹ ਦੁਨੀਆ ਵਿੱਚ ਕਿਉਂ ਨਾ ਤਰੇਗਾ, ਜ਼ਰੂਰ ਤਰੇਗਾ। ਉਹਦਾ ਜਨਮ ਮਰਨ ਜਿਹੜਾ ਹੈ ਕਿਉਂ ਨਹੀਂ ਖਤਮ ਹੋਵੇਗਾ। ਜਿਹੜਾ ਤੁਹਾਡੇ ਬਚਨਾਂ ਦੀ ਕਮਾਈ ਕਰੇਗਾ ਉਹਨੂੰ ਵੱਡਾ ਫਲ ਮਿਲੇਗਾ। ਜਿਸ ਮੈਂ ਸ਼ਕਤ ਗਿਆਨ ਕੀ ਰਾਖੀ, ਤੇ ਪੜ ਕਯੋ ਨਾ ਹੋਏਗਾ ਤਕਾਂਖੀ।
ਜਿਹਦੇ ਵਿੱਚ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ, ਉਹਨੂੰ ਪੜ੍ਹ ਕੇ ਮੁਕਤੀ ਦੀ ਇੱਛਾ ਵਾਲਾ ਕਿਉਂ ਨਾ ਹੋਵੇਗਾ। ਸ਼੍ਰੀ ਨਾਨਕ ਬੋਲੇ ਤਵੇ ਸਭ ਗੁਣ ਮੈਂ ਪ੍ਰਧਾਨ। ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ, ਕਾਕ ਪਸੁੰਡ ਜੀ, ਤੁਸੀਂ ਸਾਰੇ ਗੁਣਾਂ ਵਿੱਚ ਵੱਡੇ ਹੋ, ਹਰ ਵੇਲੇ ਭਗਤੀ ਦੇ ਵਿੱਚ ਰਹਿੰਦੇ ਹੋ, ਸੁਣਨ ਵਾਲਿਆਂ ਵਿੱਚੋਂ ਵੀ ਤੁਸੀਂ ਮਹਾਨ ਹੋ। ਇਹ ਸੁਣ ਕੇ ਕਾਕ ਪਸੁੰਡ ਬੋਲਿਆ, ਸਤਿਗੁਰੂ ਜੀ ਮੇਰੀ ਸਹਾਇਤਾ ਕਰੋ, ਮੇਰੇ ਕੁਝ ਸਵਾਲਾਂ ਦੇ ਜਵਾਬ ਹੀ ਦੇ ਦਿਓ ਮਹਾਰਾਜ। ਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਦੱਸੋ ਵੀ ਕੀ ਪੁੱਛਣਾ ਚਾਹੁੰਦੇ ਹੋ। ਉਹ ਕਹਿਣ ਲੱਗਾ, ਮਹਾਰਾਜ ਸਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਹੇ ਬਤਾਏ। ਸਰੋਤੇ ਕਿੰਨੀ ਤਰ੍ਹਾਂ ਦੇ ਹੁੰਦੇ ਆ, ਕਿਰਪਾ ਕਰਕੇ ਮੈਨੂੰ ਇਹ ਦੱਸਣਾ ਕਰੀਏ। ਹੁਣ ਗੁਰੂ ਸਾਹਿਬ ਜੀ ਨੂੰ ਜਦੋਂ ਬੇਨਤੀ ਕੀਤੀ ਕਾਕ ਪਸੁੰਡ ਨੇ ਕਿ ਮਹਾਰਾਜ ਕਿਰਪਾ ਕਰਕੇ ਮੇਰੇ ਸਵਾਲਾਂ ਦੇ ਜਵਾਬ ਦਿਓ। ਹੁਣ ਸਵਾਲਾਂ ਦੇ ਜਵਾਬ, ਸਵਾਲ ਕੌਣ ਪੁੱਛਦਾ? ਜਿਹੜਾ ਬੰਦਾ ਦੁਖੀ ਹੋਊਗਾ, ਉਹਦੇ ਅੰਦਰ ਸਵਾਲ ਹੁੰਦੇ ਆ। ਕਾਕ ਪਸੁੰਡ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਸਰੋਤਾ ਜਗ ਮੈਂ ਪੰਜ ਪ੍ਰਕਾਰਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਕਾਕ ਪਸੁੰਡ ਜੀ ਪੰਜ ਤਰ੍ਹਾਂ ਦੇ ਸਰੋਤੇ ਹੁੰਦੇ ਆ। ਸਰੋਤੇ ਤੋਂ ਭਾਵ ਸੁਣਨ ਵਾਲੇ, ਜੋ ਕਥਾ ਵਿਚਾਰ ਸੁਣਦੇ ਆ, ਕਿਸੇ ਸਮਾਗਮ ਦੇ ਵਿੱਚ ਜਾਂਦੇ ਆ। ਸਰੋਤੇ ਭਾਵ ਪੰਜ ਪ੍ਰਕਾਰ ਦੇ ਹੁੰਦੇ ਆ, ਬਾਬਾ ਨਾਨਕ ਜੀ ਨੇ ਕਿਹਾ। ਉਹ ਪੁੱਛਣ ਲੱਗਾ, ਮਹਾਰਾਜ ਕਿਹੜੇ ਕਿਹੜੇ ਹੁੰਦੇ ਆ? ਸੋ ਹੋ ਤੁਮ ਸੋ ਕਰੋ ਉਚਾਰਾ। ਜਿਹੜੇ ਜਿਹੜੇ ਵੀ ਹੁੰਦੇ ਆ, ਗੁਰੂ ਸਾਹਿਬ ਜੀ ਕਹਿੰਦੇ ਦੱਸਦੇ ਆ ਭਾਈ। ਰਾਗ ਰਾਗਣੀ ਸਮਝੈ ਏਕਾ। ਇੱਕ ਤਾਂ ਉਹ ਹੁੰਦੇ ਆ ਸਰੋਤੇ ਜਿਹੜੇ ਰਾਗ ਰਾਗਣੀਆਂ ਨੂੰ ਜਾਣਦੇ ਆ, ਉਹਨਾਂ ਨੂੰ ਰਾਗ ਵਿਦਿਆ ਦੀ ਸਮਝ ਹੁੰਦੀ ਹੈ। ਦੂਜੇ ਪ੍ਰਕਾਰ ਦੇ ਸਰੋਤੇ ਸੁਰ ਦੇ ਗਿਆਨ ਨੂੰ ਪਛਾਣਦੇ ਆ। ਤੀਜੋ ਤਾਲ ਸੁਣੇ ਹਿਤ ਦੇ ਆ। ਤੀਜੀ ਤਰ੍ਹਾਂ ਦੇ ਜਿਹੜੇ ਸਰੋਤੇ ਹੁੰਦੇ ਆ, ਉਹ ਪ੍ਰੇਮ ਨਾਲ ਭਰੇ ਹੋਏ ਰਾਗ ਦੇ ਤਾਲ ਨੂੰ ਸੁਣਦੇ ਆ, ਉਹਨਾਂ ਨੂੰ ਤਾਲ ਦੀ ਸਮਝ ਹੁੰਦੀ ਆ। ਤੇ ਚਤਰਤ ਬਾਦ ਤੇ ਰਸ ਲਿਆ। ਤੇ ਚੌਥੀ ਪ੍ਰਕਾਰ ਦੇ ਸਰੋਤੇ ਵਾਜੇ ਤੋਂ ਰਸ ਲੈਂਦੇ ਆ। ਪੰਜਵੀਂ ਪ੍ਰਕਾਰ ਦੇ ਸਰੋਤੇ ਸ਼ਬਦ ਅਰਥਾਂ ਨੂੰ ਵੀ ਨਾਲ ਨਾਲ ਸਮਝਦੇ ਆ। ਜਿਹੜੇ ਚਤਰ ਮਨੁੱਖ ਆ, ਉਹ ਸ਼ਬਦ ਦੀ ਸਾਰ ਨੂੰ ਸਮਝ ਲੈਂਦੇ ਆ। ਇਸ ਲਈ ਸਭ ਤੋਂ ਮਹਾਨ ਵਿਦਵਾਨ ਸਰੋਤਾ ਉਹਨੂੰ ਸਮਝੋ ਜਿਹੜਾ ਅਰਥ ਸਮਝ ਕੇ ਉਹਦੇ ਤੇ ਵਿਚਾਰ ਕਰਦਾ ਹੈ। ਸੋ ਸਭ ਹੰਤੇ ਲਖੋ ਮਹਾਨਾ, ਅਰਥ ਸਮਝ ਕੇ ਗੁਣਤ ਸਜਾਨਾ। ਜਾਣਤੇ ਹੋ ਸਭ ਵਿਖੇ ਵਡੇਰੇ, ਸਮਝ ਅਰਥ ਸੁਖ ਪਾਏ ਕਨੇਰੇ। ਉਹ ਹਰ ਥਾਂ ਜਿਹੜੇ ਵੱਡੇ ਆ, ਅਰਥ ਸਮਝ ਕੇ ਵੱਡਾ ਸੁੱਖ ਪ੍ਰਾਪਤ ਕਰਦੇ ਆ। ਜਿਹੜੇ ਬਾਣੀ ਨੂੰ ਵਿਚਾਰਦੇ ਆ, ਅਰਥਾਂ ਦੇ ਨਾਲ ਪੜ੍ਹਦੇ ਆ, ਉਹਨਾਂ ਦੇ ਮਨ ਵਿੱਚ ਪ੍ਰੇਮਾ ਭਗਤੀ ਪੈਦਾ ਹੁੰਦੀ ਆ, ਚਰਨਜੀਵ ਹੋ ਜਾਂਦੇ ਆ। ਪ੍ਰੇਮ ਨਾਲ ਅਰਥਾਂ ਨੂੰ ਸਮਝਦੇ ਆ, ਵਿਚਾਰਦੇ ਆ, ਅੰਮ੍ਰਿਤ ਰਸ ਦੇ ਨਾਲ ਤ੍ਰਿਪਤ ਹੋ ਜਾਂਦੇ ਆ। ਹੋਰ ਜਿਹੜੇ ਚਾਰ ਤਰ੍ਹਾਂ ਦੇ ਸਰੋਤੇ ਆ, ਉਹਨਾਂ ਦਾ ਕੇਵਲ ਛਿੱਲੜ ਤਾਂ ਖਾਣ ਤੱਕ ਹੀ ਸੀਮਤ ਹੁੰਦਾ ਵਾ ਕੰਮ। ਇੰਨਾ ਕੀ ਸਨੇਹ ਹੁੰਦਾ ਉਹਨਾਂ ਦਾ। ਫੋਕੇ ਰਸਾਂ ਵਿੱਚ ਰਸ ਜਾਂਦੇ ਆ, ਅੰਤਰਮੁਖੀ ਅੰਮ੍ਰਿਤ ਰਸ ਨੂੰ ਪਛਾਣਦੇ ਹੀ ਨਹੀਂ। ਸਤਸੰਗਤ ਦੇ ਰਸ ਨੂੰ ਤੁਸੀਂ ਜਾਣਦੇ ਹੋ ਕਿ ਵੱਡਾ ਚਰਨਜੀਵੀ ਪਦਾ ਪਾਇਆ ਹੈ। ਇਹ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਪੁੱਛਣ ਵਾਸਤੇ ਕਿਹਾ, ਰਿਖੀ ਜੀ ਮੈਨੂੰ ਇਹ ਦੱਸੋ, ਇੱਥੇ ਬੈਠ ਕੇ ਤੁਸੀਂ ਕਿੰਨੇ ਯੁੱਗ ਦੇਖੇ ਆ ਤੇ ਬਤੀਤ ਕੀਤੇ ਆ, ਉਹਦੇ ਬਾਰੇ ਵੀ ਮੈਨੂੰ ਦੱਸੋ। ਜਦੋਂ ਭਾਈ ਮਰਦਾਨਾ ਜੀ ਉਹ ਵਾਰ-ਵਾਰ ਸਵਾਲ ਪੁੱਛਦੇ ਆ ਨਾ, ਫਿਰ ਉਹ ਕਹਿਣ ਲੱਗੇ, ਭਾਈ ਸਾਹਿਬ ਭਾਈ ਮਰਦਾਨਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਅਨੰਨ ਪਿਆਰੇ ਹੋ। ਸੁਣੋ ਜੀ ਸਾਰੀ ਗੱਲਬਾਤ, ਮੈਂ ਤੁਹਾਨੂੰ ਦੱਸਦਾ ਹਾਂ ਵੀ ਮੈਂ ਕਿੰਨੀ ਇੱਥੇ ਉਮਰ ਬਤੀਤ ਕੀਤੀ ਆ। ਜੁਗ ਸਹੰਸਰ ਬੀਤੇ ਜਵੇ ਏਕ ਦਿਵਸ ਬਿਦ ਹੋਏ, ਹਜ਼ਾਰਾਂ ਯੁੱਗ ਬੀਤਣ ਨਾਲ ਬ੍ਰਹਮਾ ਦਾ ਇੱਕ ਦਿਨ ਹੁੰਦਾ, ਉਹਦੇ ਬਰਾਬਰ ਹੀ ਰਾਤ ਹੁੰਦੀ ਆ। ਮਹੀਨਾ ਵੀ ਇਸੇ ਤਰ੍ਹਾਂ ਹੀ ਜਾਣੋ ਜੀ। ਇਸ ਤਰ੍ਹਾਂ ਜਦੋਂ 100 ਸਾਲ ਬੀਤ ਜਾਂਦੇ ਆ, ਬ੍ਰਹਮਾ ਦੀ ਇੰਨੀ ਉਮਰ ਹੁੰਦੀ ਆ, ਮੇਰੇ ਵੇਖਦਿਆਂ ਕਈ ਬ੍ਰਹਮਾ ਮਰ ਗਏ।
कई बार जग विच परलो आई है। बीते बैस विधाते की तब, इस प्रकार से सहस बरख जब, मुझे देखत केते विद मरे। ਤਾਂ ਫਿਰ ਬ੍ਰਹਮਾ ਜਨਮ ਲੈ ਕੇ ਧਰਤੀ ਦੀ ਸਿਰਜਣਾ ਕਰਦਾ। ਬ੍ਰਹਮਾ ਵਿਸ਼ਨ ਮਹੇਸ਼ ਇਹ ਦੇਵਤੇ ਆ, ਇਹਨਾਂ ਨੂੰ ਵੀ ਜਿਵੇਂ ਇੱਕ ਪ੍ਰਾਈਮ ਮਿਨਿਸਟਰ ਹੁੰਦਾ, ਸਾਰਿਆਂ ਤੋਂ ਉੱਪਰ ਇੱਕ ਮੰਤਰੀ ਹੁੰਦਾ, ਉਹਦੇ ਅਧੀਨ ਬਾਕੀ ਸਾਰੇ ਹੁੰਦੇ ਆ। ਬਾਕੀਆਂ ਨੂੰ ਇਸ ਤਰ੍ਹਾਂ ਜਾਣਨਾ ਹੈ। ਫਿਰ ਬ੍ਰਹਮਾ ਜਨਮ ਲੈ ਕੇ ਅਕਾਲ ਪੁਰਖ ਦੀ ਆਗਿਆ ਪਾ ਕੇ ਜਗਤ ਦੀ ਸਿਰਜਣਾ ਕਰਦਾ ਹੈ। ਜੜ ਜੰਗਮ ਦੇਵਤੇ ਦੈਂਤ ਬਣਾਉਂਦਾ ਹੈ, ਕਈ ਪ੍ਰਕਾਰ ਦੀ ਰਚਨਾ ਰਚਾਉਂਦਾ ਹੈ। ਇਸ ਤਰ੍ਹਾਂ ਸਭ ਕੁਝ ਨਸ਼ਟ ਹੋ ਜਾਂਦਾ ਹੈ, ਫਿਰ ਨਵੀਂ ਦੁਨੀਆ ਦੀ ਸਿਰਜਣਾ ਹੋ ਜਾਂਦੀ ਆ। ਇਵੇਂ ਮੇਰੇ ਵੇਖਦਿਆਂ ਵੇਖਦਿਆਂ ਹਮਰੇ ਦੇਖਤ ਕੇਤੇ ਗਏ। ਭਾਈ ਮਰਦਾਨਾ ਜੀ, ਕਈ ਵਾਰੀ ਜੱਗ ਦਾ ਖਾਤਮਾ ਹੋ ਗਿਆ। ਬਹੁਰ ਬਹੁਰ ਜਗ ਉਪਜਤ ਭਏ, ਦੁਬਾਰਾ ਦੁਬਾਰਾ ਜੱਗ ਵਿੱਚ ਉਪਜਦਾ ਰਿਹਾ ਹਾਂ। ਮੈਂ ਇੱਥੇ ਬੈਠਾ ਹਰੀ ਦੇ ਗੁਣ ਗਾਈ ਗਿਆ, ਪ੍ਰਮਾਤਮਾ ਦਾ ਧਿਆਨ ਧਾਰ ਕੇ ਬੜਾ ਸੁੱਖ ਪਾਇਆ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ, ਫਿਰ ਚੁੱਪ ਕਰ ਗਏ। ਮਰਦਾਨਾ ਬਿਸਮਿਓ ਸੁਣਤ ਤੂਸ਼ਨ ਭਾਤੇ ਕਾਲ। ਫਿਰ ਪੁੱਛਣ ਲਈ ਮੈਂ ਬੋਲਿਆ, ਦਿਆਲੂ ਗੁਰੂ ਮਹਾਰਾਜ ਜੀ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੁਣੋ, ਹਰੀ ਦੇ ਭਗਤਾਂ ਵਿੱਚੋਂ ਤੁਸੀਂ ਮਹਾਨ ਹੋ। ਕਿਉਂਕਿ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਆ। ਵਿਚਕਾਰ ਇਹ ਤਾਂ ਗੱਲ ਆਈ ਆ, ਕਹਿੰਦੇ ਹਰੀ ਦੇ ਭਗਤਾਂ ਵਿੱਚ ਤੁਸੀਂ ਮਹਾਨ ਹੋ, ਆਤਮਿਕ ਗਿਆਨ ਹੈ, ਹਰ ਵਿਧੀ ਅਨੁਸਾਰ ਵੱਡੇ ਹੋ। ਕਾਕ ਦਾ ਜਨਮ ਤੁਸੀਂ ਕਿਵੇਂ ਪ੍ਰਾਪਤ ਕੀਤਾ ਹੈ? ਫਿਰ ਉਹ ਕਹਿਣ ਲੱਗੇ ਕਿ ਮੈਂ ਪੁੱਛਿਆ ਉਹ ਕਾਂ ਨੂੰ ਵੀ ਇਹ ਕਾਕ ਦਾ ਜਨਮ ਕਿਵੇਂ ਮਿਲ ਗਿਆ। ਮੇਰੇ ਮਨ ਵਿੱਚ ਵੱਡਾ ਸੰਦੇਹ ਆ, ਕਾਕ ਭਸੁੰਡ ਰਿਸ਼ੀ ਜੀ, ਵੀ ਦੱਸੋ ਮੈਨੂੰ ਇਹ। ਫਿਰ ਉਹ ਕਹਿੰਦੇ ਵੀ ਹਾਂ, ਮੈਂ 22 ਦੇਹਾਂ ਪ੍ਰਾਪਤ ਕੀਤੀਆਂ। ਜਿਹਨੂੰ ਆਪਾਂ ਚੱਕਰ ਨੂੰ ਮੰਨਦੇ ਨਹੀਂ ਨਾ, ਵੀ ਦੇਹ ਜੂਨ ਦਾ ਚੱਕਰ ਹੁੰਦਾ, ਉਹ ਭਸੁੰਡ ਰਿਸ਼ੀ ਨੇ ਕਿਹਾ ਵੀ ਮੈਂ 22 ਦੇਹਾਂ ਪ੍ਰਾਪਤ ਕੀਤੀਆਂ। ਇੱਕ ਜਨਮ ਵਿੱਚ ਮੈਂ ਸ਼ੂਦਰ ਸੀਗਾ, ਉਦੋਂ ਮੈਂ ਸ਼ਿਵ ਜੀ ਨੂੰ ਬਣਾਇਆ ਆਪਦਾ ਇਸ਼ਟ। ਏਕ ਜਨਮ ਮੈਂ ਸ਼ੂਦਰ ਭਾ ਸ਼ਿਵ ਸੇਵਾ ਮਨ ਲਾਏ। ਸ਼ਿਵ ਜੀ ਦੀ ਬੜੀ ਮੈਂ ਸੇਵਾ ਕੀਤੀ ਮਨ ਲਾ ਕੇ। ਉਦੋਂ ਮੈਂ ਵਿਸ਼ਨੂੰ ਜੀ ਦੇ ਨਾਲ ਦਵੈਖ ਰੱਖਦਾ ਸੀ, ਸ਼ਿਵ ਜੀ ਦੀ ਪੂਜਾ ਕੀਤੀ ਆ। ਸ਼ਿਵ ਜੀ ਤੋਂ ਬਿਨਾਂ ਮੈਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਕਰੋ ਬਿਸ਼ਨ ਸੋ ਦਰੋਹ ਤਬ, ਬਿਨ ਭਵ ਜਾਨ ਨਾ ਕਾਏ। ਮੈਂ ਅਯੁੱਧਿਆ ਨਗਰੀ ਵਿੱਚ ਰਹਿ ਰਿਹਾ ਸੀ, ਉੱਥੇ ਕਾਲ ਪੈ ਗਿਆ। ਮੈਂ ਉੱਥੇ ਉੱਠ ਕੇ ਉਜੈਨ ਚਲਾ ਗਿਆ। ਉੱਥੇ ਬ੍ਰਾਹਮਣ ਬੜੇ ਅਮਨ ਚੈਨ ਨਾਲ ਰਹਿ ਰਹੇ ਸੀ। ਉਹਨਾਂ ਨੇ ਦੈਂਤ ਤੇ ਵਾਸ਼ਨਾ, ਇਹ ਦਵੈਤ ਦੁਬਦਾ, ਆਪਣੇ ਅੰਦਰ ਜਿਹੜਾ ਸ਼ੈਤਾਨ ਨੂੰ ਖਤਮ ਕੀਤਾ ਹੋਇਆ ਸੀਗਾ। ਮੈਂ ਉਸੇ ਨਗਰ ਦੇ ਇੱਕ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਉਹ ਮੈਨੂੰ ਵਿਸ਼ਨੂੰ ਭਗਤੀ ਦ੍ਰਿੜ ਕਰਵਾਉਂਦਾ ਸੀ। ਮੇਰਾ ਹਿਰਦਾ ਜੀ ਨੂੰ ਸੁਣ ਕੇ ਸੜ ਜਾਂਦਾ ਸੀਗਾ। ਮੇਰਾ ਸਦਾ ਹੀ ਸ਼ਿਵ ਜੀ ਦੀ ਭਗਤੀ ਵਿੱਚ ਪ੍ਰੇਮ ਸੀਗਾ। ਮੈਂ ਵਿਸ਼ਨੂੰ ਨੂੰ ਉਹ ਜਗ੍ਹਾ ਨਹੀਂ ਦੇ ਸਕਿਆ ਜੋ ਸ਼ਿਵ ਜੀ ਭਗਵਾਨ ਨੂੰ ਮੈਂ ਦੇਤੀ ਆ। ਵਿਸ਼ਨੂੰ ਦਾ ਨਾਂ ਸੁਣ ਕੇ ਮੈਂ ਖਿੱਚਦਾ ਹੁੰਦਾ ਸੀ, ਹੱਠ ਕਰਕੇ ਬਚਨ ਮੋੜ ਦਿੰਦਾ ਸੀ। ਜੋ ਕੁਝ ਉਹ ਕਹਿੰਦਾ ਸੀ ਮੈਂ ਸੁਣਨਾ ਨਹੀਂ ਸੀ ਚਾਹੁੰਦਾ। ਅਨੇਕਾਂ ਢੰਗ ਨਾਲ ਮੈਨੂੰ ਉਪਦੇਸ਼ ਕਰਦੇ ਸੀ, ਪਰ ਮੈਂ ਕਿਸੇ ਦੀ ਮੰਨਦਾ ਨਹੀਂ ਸੀਗਾ। ਮੈਂ ਬੜਾ ਹੰਕਾਰੀ ਹੋ ਗਿਆ ਸੀ ਗੁਰੂ ਜੀ, ਤੇ ਸਭ ਨੂੰ ਆਪਣੇ ਆਪ ਤੋਂ ਛੋਟਾ ਸਮਝਦਾ ਸੀ। ਪਖੰਡ ਨਾਲ ਮੇਰਾ ਬੜਾ ਪ੍ਰੇਮ ਸੀਗਾ। ਸ਼ਿਵ ਮੰਦਰ ਬੈਸਾ ਇੱਕ ਕਾਲਾ। ਇੱਕ ਦਿਨ ਦੀ ਗੱਲ ਆ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਗੁਰੂ ਨਾਨਕ ਜੀ, ਮੈਂ ਸ਼ਿਵ ਜੀ ਦੇ ਮੰਦਰ ਵਿੱਚ ਬੈਠਾ ਸੀਗਾ। ਉਸ ਸਮੇਂ ਕਿਰਪਾਲੂ ਗੁਰੂ ਉੱਥੇ ਆਇਆ। ਮੈਂ ਉੱਠ ਕੇ ਉਹਨਾਂ ਦਾ ਸਨਮਾਨ ਨਾ ਕੀਤਾ, ਸਿਰ ਨਾ ਝੁਕਾਇਆ। ਉਹਨਾਂ ਨੇ ਮੈਨੂੰ ਦੇਖਿਆ ਕਿ ਵੱਡਾ ਮੈਂ ਹੰਕਾਰੀ ਹੋ ਗਿਆ, ਬੈਠਾ ਹੀ ਰਿਹਾ। ਆਪਣੇ ਤੋਂ ਵੱਡੇ ਆਇਆਂ ਤੋਂ ਉੱਠਿਆ ਨਹੀਂ। ਇਹ ਅਨਾਦਰ ਹੁੰਦਾ ਗੁਰੂ ਪਿਆਰਿਓ, ਚੇਤੇ ਰੱਖਿਓ। ਜਦੋਂ ਵੀ ਕੋਈ ਵੱਡਾ ਆਵੇ ਨਾ, ਉਮਰ 'ਚ ਵੱਡਾ ਆਵੇ, ਉੱਠ ਕੇ ਉਹਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਪਿਆਰੀ ਸੰਗਤ ਜੀ। ਇਸ ਕਰਕੇ ਤੇ ਆਦਰ ਅਨਾਦਰ ਉਸ ਸਮੇਂ ਮੇਰੇ ਵਾਸਤੇ ਬਰਾਬਰ ਹੀ ਸੀਗਾ। ਹਿਰਦੇ ਵਿੱਚ ਖੁਸ਼ੀ ਗਮੀ ਸਮਾਨ ਸੀਗੇ। ਸਮਾਨ ਦ੍ਰਿਸ਼ਟੀ ਹੋਣ ਕਰਕੇ ਤੇ ਉਹ ਕੁਝ ਨਾ ਬੋਲਿਆ। ਮੈਂ ਸ਼ਿਵ ਜੀ ਦੇ ਮੰਦਰ ਵਿੱਚ ਬੈਠਾ ਰਿਹਾ। ਮੇਰਾ ਗੁਰੂ ਉੱਥੇ ਆ ਗਿਆ, ਉਸਤਾਦ, ਪਰ ਮੈਂ ਉੱਠ ਕੇ ਇੱਜ਼ਤ ਹੀ ਨਹੀਂ ਕੀਤੀ।
गुरु प्यारिओ देखो, फिर वो जिहड़ा गुरु सी ना, ਉਹਨਾਂ ਨੇ ਦੇਖਿਆ ਵੀ ਇਹ ਸਤਿਕਾਰ ਨਹੀਂ ਕਰਦਾ ਆਪਣੇ ਗੁਰੂਆਂ ਦਾ। शिव जी ਦੇ ਮੰਦਰ ਤੋਂ ਇੱਕ ਬਾਣੀ ਸੁਣੀ, ਗਿਰਾ ਗਰੀਸ਼ ਭੌਣ ਤੇ ਹੋਈ। ਇੱਕ ਆਵਾਜ਼ ਜਿਹਨੂੰ ਆਕਾਸ਼ ਬਾਣੀ ਕਹਿੰਦੇ ਆ, ਹੇ ਦੁਸ਼ਟ ਕੀ ਸੀ ਹੁਣ ਨਰਕਾਂ ਵਿੱਚ ਜਾ ਕੇ ਪੈ, ਬਾਰ-ਬਾਰ ਜਨਮਾਂ ਵਿੱਚ ਭਟਕਦਾ ਰਹੀਂ, ਨਿਰਾਦਰ ਕਰਨ ਦਾ ਤੈਨੂੰ ਦੁੱਖ ਲੱਗਾ। ਤੂੰ ਬਹੁਤ ਪਖੰਡੀ ਆ, ਹੰਕਾਰੀ ਆ, ਤੂੰ ਆਪਦੇ ਗੁਰੂ ਦਾ ਨਿਰਾਦਰ ਕੀਤਾ, ਉੱਠ ਕੇ ਖੜਾ ਹੋ ਕੇ ਸਤਿਕਾਰ ਨਹੀਂ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਪਿਆਰੇ ਉੱਥੇ ਹੋ ਗਈਆਂ। ਕਾਕ ਭਸੁੰਡ ਜੀ ਕਹਿੰਦੇ ਆ ਵੀ ਗੁਰੂ ਦਾ ਨਿਰਾਦਰ ਕਰਕੇ ਤੂੰ ਵਿਸ਼ਨੂੰ ਨਾਲ ਧਰੋਹ ਕੀਤਾ, ਹੁਣ ਜਮ ਦੇ ਡੰਡਾਂ ਨੂੰ ਸਹਿਣ ਲਈ ਤਿਆਰ ਹੋ ਜਾ। ਜਦੋਂ ਮੇਰੇ ਗੁਰੂ ਨੇ ਸ਼ਰਾਪ ਸੁਣਿਆ ਤੇ ਉਹਦੇ ਮਨ 'ਚ ਦਇਆ ਆ ਗਈ, ਤਰਸ ਆ ਗਿਆ। ਉਹਨੇ ਸ਼ਿਵ ਜੀ ਅੱਗੇ ਬੇਨਤੀ ਕੀਤੀ ਆ, ਸ਼ਿਵ ਜੀ ਦੀ ਉਸਤਤ ਕੀਤੀ। ਫਿਰ ਸ਼ਿਵ ਜੀ ਨੇ ਕਿਹਾ, ਹੇ ਬ੍ਰਾਹਮਣ, ਤੈਨੂੰ ਸਾਰੇ ਜਨਮਾਂ ਦੀ ਸੋਝੀ ਰਹੇਗੀ, ਮੇਰਾ ਸ਼ਰਾਪ ਕਦੇ ਵਿਅਰਥ ਨਹੀਂ ਜਾਂਦਾ। ਨਰਕ ਵਿੱਚ ਤਾਂ ਤੈਨੂੰ ਪੈ ਕੇ ਦੁੱਖ ਸਹਿਣ ਕਰਨਾ ਪਵੇਗਾ। ਮੈਂ ਨਰਕਾਂ 'ਚ ਵੀ ਗਿਆ, ਮੈਨੂੰ ਸਜ਼ਾ ਵੀ ਮਿਲੀ, ਗਲੇ ਵਿੱਚ ਜਮਾਂ ਦੀ ਫਾਂਸੀ ਵੀ ਪੈ ਗਈ। ਸਮਾਂ ਬੀਤ ਗਿਆ ਅਤੇ ਮੈਂ ਫਿਰ ਨਰਕਾਂ 'ਚੋਂ ਬਾਹਰ ਮੈਨੂੰ ਕੱਢਿਆ ਗਿਆ। ਮੈਂ 84 ਲੱਖ ਜੂਨਾਂ 'ਚ ਘੁੰਮਿਆ, ਕੋਈ ਵੀ ਜੂਨ ਨਾ ਰਹੀ ਜਿਹਦੇ ਵਿੱਚ ਮੈਂ ਘੁੰਮਿਆ ਨਹੀਂ ਸੀਗਾ, ਜਨਮ ਨਾ ਲਿਆ ਹੋਵੇ ਮਹਾਰਾਜ। ਐਡਾ ਮੈਂ ਭਾਵ ਕਿ ਬੜਾ ਪੁਰਾਣਾ, ਅੱਜ ਦਾ ਥੋੜ੍ਹੀ ਬੰਦੇ, ਆਪਾਂ ਅੱਜ ਦੇ ਨਹੀਂ ਹੈਗੇ, ਬਹੁਤ ਸਦੀਆਂ ਹੋ ਗਈਆਂ ਆਪਾਂ ਨੂੰ ਇੱਥੇ ਆਇਆਂ ਨੂੰ। 84 ਲੱਖ ਜੋਨ ਪੁਨ ਭਰਮਿਓ ਸਭ ਕੇ ਮਾਹੇ, ਆ ਸਰੀਰ ਨੈ ਕੋ ਰਹਿਓ ਜੇ ਮੈਂ ਜਨਮਿਓ ਨਾਹੀਂ। ਫਿਰ ਮੈਨੂੰ ਬ੍ਰਾਹਮਣ ਦੀ ਜੂਨ ਵੀ ਮਿਲੀ, ਗੁਣਾਂ ਵਾਲੀ ਉਪਾਸਨਾ ਵਿੱਚ ਮੈਂ ਮਨ ਲਾਇਆ, ਮੈਨੂੰ ਸਾਰੇ ਜਨਮਾਂ ਦੀ ਸੋਝੀ ਸੀ। ਮਹਾਰਾਜ ਸ਼ਿਵ ਜੀ ਦਾ ਸ਼ਰਾਪ ਤੇ ਵਰ ਸਹੀ ਸਾਬਤ ਹੋਏ। ਇੱਕ ਦਿਨ ਮੈਂ ਏਕ ਦਿਵਸ ਲੌਮਸ ਰਿਖ ਪਾਹੀ, ਮੈਂ ਲੌਮਸ ਨਾਮੀ ਰਿਖੀ ਕੋਲ ਗਿਆ, ਉਹਨਾਂ ਦੇ ਬਚਨ ਸੁਣਨ ਵਾਸਤੇ ਬੈਠ ਗਿਆ। ਜਦੋਂ ਉਹਨਾਂ ਨੂੰ ਆਪਣਾ ਮਨੋਰਥ ਦੱਸਿਆ, ਉਹਨਾਂ ਨੇ ਮੈਨੂੰ ਨਿਰਗੁਣ ਦਾ ਉਪਦੇਸ਼ ਦਿੱਤਾ ਕਿ ਨਿਰਗੁਣ ਸਰੂਪ ਦੀ ਪੂਜਾ ਕਰਿਆ ਕਰੋ। ਪਰ ਮੇਰੇ ਹਿਰਦੇ ਵਿੱਚ ਉਪਦੇਸ਼ ਨੂੰ ਸੁਣਨ ਦੀ ਕੋਈ ਰੁਚੀ ਨਹੀਂ ਸੀ। ਜਿਵੇਂ ਕਈ ਵਾਰੀ ਆਪਾਂ ਕੀ ਕਰਦੇ ਹਾਂ ਗੁਰੂ ਪਿਆਰਿਓ, ਕੋਈ ਕਥਾ ਸੁਣਾ ਰਿਹਾ ਹੋਵੇ ਚੰਗੀ ਗੱਲ, ਆਪਾਂ ਅਣਗੌਲੀ ਜੀ ਕਰ ਦਿੰਦੇ ਹਾਂ। ਇਸ ਤਰ੍ਹਾਂ ਉਹ ਕਹਿਣ ਲੱਗੇ ਕਿ ਉਦੋਂ ਫਿਰ ਮੈਨੂੰ ਨਾ ਮੇਰੇ ਮੱਤ ਨੂੰ ਦੇਖ ਕੇ ਉਹ ਲੋਮਸ ਮੇਰੇ ਬਰਖਲਾਫ ਉਲਟ ਹੋ ਗਿਆ। ਮਮ ਮਤ ਲਖ ਲੋਮਸ ਵਿਪਰੀਤੀ। ਗੁੱਸੇ ਵਿੱਚ ਆ ਕੇ ਉਹ ਬੋਲਿਆ ਵੀ ਤੇਰੇ ਬੋਲ ਪੰਛੀਆਂ ਵਾਂਗ ਆ, ਕਿਉਂਕਿ ਮੈਂ ਉਹਨੂੰ ਸਰਗੁਣ ਬਾਬਤ ਬਾਰ-ਬਾਰ ਪੁੱਛਦਾ ਸੀਗਾ। ਨਿਰਗੁਣ ਦੇ ਵਿੱਚ ਮੈਂ ਫਿਰ ਤਰਕ ਦੇ ਵਿੱਚ ਬੋਲਦਾ ਸੀ ਵੀ ਇਵੇਂ ਰੱਬ ਕਿਵੇਂ ਹੋ ਸਕਦਾ। ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਂ ਤਰਕਵਾਦੀ ਵਾਲਾ। ਉਹ ਕਹਿੰਦੇ ਭਾਵ ਤੂੰ ਕਾਂ ਵਾਂਗੂ ਵਿੱਚ ਬੋਲੀ ਜਾਂਦਾ ਬਚਨਾਂ ਨੂੰ ਮੋੜਦਾ, ਇਸ ਕਰਕੇ ਤੂੰ ਉਹ ਪੰਛੀ ਬਣੇਗਾ ਜਿਹਨੂੰ ਲੋਕ ਕਹਿੰਦੇ ਆ ਜਿਹਦੀ ਰੁੱਖੀ ਬੋਲੀ ਆ। ਅਤੇ ਮੈਨੂੰ ਫਿਰ ਬਾਇਸ ਦੇਹ ਤਵੇ ਮਮ ਭਈ, ਮੈਨੂੰ ਉਹ ਸ਼ਰਾਪ ਹੋ ਗਿਆ ਅਤੇ ਮੈਨੂੰ ਕਾਂ ਦੀ ਦੇਹ ਉਦੋਂ ਮਿਲੀ ਆ। ਭਾਈ ਮਰਦਾਨਾ ਜੀ, ਬਾਲਾ ਜੀ, ਮੈਂ ਹੱਥ ਜੋੜ ਕੇ ਕਿਹਾ, ਹੇ ਰਿਖੀ, ਤੇਰਾ ਸ਼ਰਾਪ ਸੱਚਾ ਹੋਵੇ ਪਰ ਮੈਨੂੰ ਆਪਣਾ ਸੇਵਕ ਜਾਣ, ਮੇਰੇ 'ਤੇ ਕਿਰਪਾ ਵੀ ਕਰ। ਮੈਨੂੰ ਜੇ ਸ਼ਰਾਪ ਦਿੱਤਾ ਮੈਨੂੰ ਵਰ ਵੀ ਦੇ, ਮੇਰੇ ਹਿਰਦੇ ਵਿੱਚ ਸੋਝੀ ਰਹੇ। ਕਾਂ ਦਾ ਜਦੋਂ ਮੈਂ ਸਰੀਰ ਧਾਰਾਂ, ਮੈਨੂੰ ਪਿਛਲੇ ਜਨਮਾਂ ਦਾ ਗਿਆਨ ਰਹੇ, ਵਿਸਰੇ ਨਾ। ਇਹ ਸੁਣ ਕੇ ਲੋਮਸ਼ ਰਿਸ਼ੀ ਕਿਰਪਾਲੂ ਹੋ ਗਿਆ, ਬੋਲਿਆ ਵੀ ਤੈਨੂੰ ਗਿਆਨ ਤਾਂ ਰਹੂਗਾ, ਤੇਰੇ ਉੱਤੇ ਮੇਰੀ ਪੂਰਨ ਕਿਰਪਾ ਵੀ ਆ, ਵੀ ਮੈਂ ਤੈਨੂੰ ਵਰ ਵੀ ਦਿੰਦਾ, ਜਦੋਂ ਚਾਹੇਗਾ ਤੇਰੀ ਮੌਤ ਹੋ ਜੂਗੀ, ਚਾਹਤ ਤੋਂ ਬਿਨਾਂ ਤੇਰੀ ਮੌਤ ਨਹੀਂ ਹੋਵੇਗੀ। ਉਹਦੇ ਅਜਿਹੇ ਬਚਨ ਸੁਣ ਕੇ ਮਹਾਰਾਜ ਮੈਂ ਖੁਸ਼ ਹੋ ਗਿਆ ਸੀਗਾ। ਅਤੇ ਆ ਜਿੱਥੇ ਤੁਸੀਂ ਆਏ ਹੋ, ਇੱਥੇ ਆ ਕੇ ਮੈਂ ਰਹਿਣ ਲੱਗ ਗਿਆ। ਮਨ ਵਿੱਚ ਸ਼ਾਂਤੀ ਹੋਈ ਆ। ਹੁਣ ਮੈਂ ਆਪਣੀ ਦੇਹ ਨਹੀਂ ਤਿਆਗਾਂਗਾ। ਕਾਂ ਜਨਮ ਪਾ ਕੇ ਮੈਂ ਪ੍ਰੇਮ ਭਗਤੀ ਰਸ ਵਿੱਚ ਆ ਗਿਆ। ਇਹ ਹੁਣ ਛੱਡਿਆ ਨਹੀਂ ਜਾ ਸਕਦਾ, ਇਸ ਲਈ ਮੈਂ ਆਨੰਦ ਵਿੱਚ ਹਾਂ। ਇਵੇਂ ਉਹ ਜਿਹੜਾ ਕਾਕ ਭਸੁੰਡ ਸੀਗਾ ਰਿਸ਼ੀ, ਉਹਨੇ ਕਾਂ ਬਣਨ ਦੀ ਕਹਾਣੀ ਆਪਦੀ ਸਾਰੀ ਸੁਣਾਈ ਆ। ਅਤੇ ਗੁਰੂ ਮਹਾਰਾਜ ਉੱਥੋਂ ਚੱਲਣ ਲਈ ਤਿਆਰ ਹੋ ਗਿਆ। ਦੋਨਾਂ ਨੇ ਇੱਕ ਦੂਜੇ ਨੂੰ ਜੋਗ ਬੰਧਨਾ ਕੀਤੀ ਆ। ਪਾਪਾਂ ਦਾ ਨਾਸ਼ ਕਰਨ ਵਾਲੇ ਗੁਰੂ ਮਹਾਰਾਜ ਅੱਗੇ ਚੱਲ ਪਿਆ।
ਗੁਰੂ ਪਿਆਰਿਓ, ਇਹ ਜਿਹੜਾ ਸੀਗਾ ਨਾ ਕਾਂ ਦੀ ਦੇਹ ਜਿਹੜੀ ਇਹਨੂੰ ਮਿਲੀ ਆ, ਤੇ ਗੁਰੂ ਪਿਆਰਿਓ ਉਹ ਤਾਂ ਹੀ ਮਿਲੀ ਵੀ ਆ ਰੱਬ ਦੇ ਨਿਰਗੁਣ ਰੂਪ ਤੇ। ਉਹ ਕਹਿੰਦਾ ਵੀ ਮੈਂ ਤਰਕ ਕਰਦਾ ਸੀਗਾ। ਹੁਣ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬਾਰੇ ਕੋਈ ਗੱਲ ਕਹਿ ਰਿਹਾ, ਕੋਈ ਕਥਾ ਕਰ ਰਿਹਾ, ਆਪਾਂ ਵਿੱਚ ਉਹਨੂੰ ਟੋਕਾ ਟਕਾਈ ਕਰੀ ਚੱਲੀਏ, ਤਰਕ ਕਰੀ ਚੱਲੀਏ। ਅੱਜ ਦੇ ਸਿੱਖ ਇਵੇਂ ਕਰਦੇ ਆ। ਸਾਨੂੰ ਆਪਦੇ ਗੁਰੂਆਂ ਦੇ ਪੁਰਾਤਨ ਗ੍ਰੰਥਾਂ 'ਤੇ ਵਿਸ਼ਵਾਸ ਨਹੀਂ, ਅਸੀਂ ਵੀ ਵਿੱਚੋਂ ਗੱਲ ਤਰਕ ਹੀ ਕਰਦੇ ਹਾਂ। ਤਾਂ ਇਵੇਂ ਉਹ ਕਰਦਾ ਸੀ। ਕਾਕ ਭਸੁੰਡ ਕਹਿੰਦਾ ਮੈਂ। ਫਿਰ ਮੈਨੂੰ ਕਾਂ ਬਣਨਾ ਪੈ ਗਿਆ ਵੀ ਕਾਂ ਦੀ ਕਾਂ ਹੀ ਕਿਉਂ, ਵੀ ਕਾਂ ਦੀ ਬੋਲੀ ਰੁੱਖੀ ਬਹੁਤ ਹੁੰਦੀ ਆ। ਸਾਰੇ ਕਹਿੰਦੇ ਵੀ ਕਾਂ ਵਾਂਗੂ ਬੋਲੀ ਜਾਂਦਾ, ਤੂੰ ਬੋਲੀ ਜਾਂਦਾ। ਫਿਰ ਕਾਂ ਜਿਹੜਾ ਹੈ ਇਹਨੇ ਖਾਣਾ ਵੀ ਜੱਗ ਕਊਆ ਮੁਖ ਚੁੰਚ ਗਿਆਨ। ਜਿਵੇਂ ਕਾਂ ਗੰਦਗੀ ਜ਼ਿਆਦਾ ਖਾਂਦਾ, ਇਵੇਂ ਫਿਰ ਜਿਹੜੀ ਦੁਨੀਆ ਦੀ ਰੀਤ ਆ, ਦੁਨੀਆ ਦੇ ਵੀ ਗਿਆਨ ਚੁੰਝ ਗਿਆਨੀ ਆ ਦੁਨੀਆ ਦੇ ਲੋਕ, ਗਿਆਨ ਹੈ ਨਹੀਂ, ਕਾਂ ਵਾਂਗ ਜੀਵਨ ਹੋਇਆ ਪਿਆ ਇਹਨਾਂ ਦਾ। ਤਾਂ ਕਰਕੇ ਫਿਰ ਮਹਾਰਾਜ ਜੀ, ਭਾਈ ਮਰਦਾਨਾ, ਭਾਈ ਬਾਲਾ ਜੀ, ਮੈਨੂੰ ਇਹ ਦੇਹ ਜਿਹੜੀ ਆ, ਇਹ ਚੋਲਾ, ਇਹ ਕੱਪੜਾ ਕਰਮਾਂ ਕਰਕੇ ਹੀ ਮਿਲਿਆ ਸੀ। ਗੁਰੂ ਨਾਨਕ ਦੇਵ ਜੀ ਧੰਨੋ ਤੁਸੀਂ, ਇੱਥੇ ਆ ਕੇ ਮਹਾਰਾਜ ਮੇਰਾ ਉਧਾਰ ਕਰਤਾ, ਮੈਨੂੰ ਦਰਸ਼ਨ ਦੇ ਤੇ ਹੁਣ ਮੈਂ ਭਾਵ ਕੀ ਮਰਨਾ ਪਸੰਦ ਕਰੂੰਗਾ ਜਦੋਂ ਦੀਨ ਦੁਨੀ ਦੇ ਪਾਤਸ਼ਾਹ ਦੇ ਦਰਸ਼ਨ ਹੀ ਹੋ ਗਏ ਮੈਨੂੰ। ਫਿਰ ਉਹ ਜਿਹੜਾ ਕਾਂ ਸੀਗਾ, ਤੇ ਇਵੇਂ ਗੁਰੂ ਨਾਨਕ ਦੇਵ ਜੀ ਨੇ ਉਹਦਾ ਉਧਾਰ ਕੀਤਾ। ਬਹੁਤ ਸਮੇਂ ਤੋਂ ਜੂਨਾਂ 'ਚ ਪਿਆ ਹੋਇਆ ਸੀ, ਬਹੁਤ ਸਮੇਂ ਤੋਂ, ਚੱਕਰ ਹੀ ਬੜਾ ਲੰਮਾ ਜੂਨਾਂ ਦਾ ਗੁਰੂ ਪਿਆਰੇ। ਕਿਉਂਕਿ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਇੱਕ ਤਰ੍ਹਾਂ ਦੀ ਭਾਵ ਇੱਕ ਚੱਕਰ ਹੀ ਆ ਵੀ ਬੰਦਾ ਜਨਮ ਲਈ ਜਾਂਦਾ ਫਿਰ ਮਰੀ ਜਾਂਦਾ। ਇਹ ਵੱਡਾ ਦੁੱਖ ਆ, ਕਿੰਨੀ ਪੀੜ ਝੱਲਦਾ ਹੈ ਬੰਦਾ। ਤੇ ਉਹ ਕਾਕ ਭਸੁੰਡ ਰਿਸ਼ੀ ਕਹਿਣ ਲੱਗਾ, ਮੈਂ ਤਾਂ ਕਈ ਵਾਰੀ ਜਨਮਿਆ, ਕਈ ਵਾਰੀ ਮਰਿਆ, ਤੇ ਬਹੁਤ ਸਮੇਂ ਤੋਂ ਮੈਂ ਪੁਰਾਣਾ ਕਾਂ ਸੀਗਾ। ਵੀ ਇੰਨਾ ਪੁਰਾਣਾ ਕਾਂ। ਮਹਾਰਾਜ ਜੀ ਨੇ ਦੇਖੋ, ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ, ਪਰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੋ ਗੁਰੂ ਪਿਆਰਿਓ, ਬਾਬਾ ਨਾਨਕ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਇਸ ਤਰ੍ਹਾਂ ਇਹ ਉਧਾਰ ਕਰਦੇ 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 ਦੀਨ ਦੁਨੀ ਦੇ ਪਾਤਸ਼ਾਹ ਅੱਗੇ ਵਧਦੇ ਜਾਂਦੇ ਆ। ਤਾਂ ਇਹ ਸੀ ਗੁਰੂ ਨਾਨਕ ਦੇਵ ਜੀ ਦਾ ਉਹ ਪ੍ਰਸੰਗ। ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਜਦੋਂ ਆਪਾਂ ਪੜ੍ਹਦੇ ਹਾਂ ਵੀ ਇਹ ਗ੍ਰੰਥ ਦੇ ਨਾਲ ਅਸੀਂ ਸਹਿਮਤ ਨਹੀਂ। ਕੁਝ ਲੋਕ ਕਹਿ ਦਿੰਦੇ ਆ, ਭਾਈ ਇਹ ਹੰਸ ਬਣ ਕੇ ਪੜ੍ਹਨ ਵਾਲਾ ਗ੍ਰੰਥ ਆ, ਮੂਰਖਾਂ ਦੇ ਕੋਲ ਤਾਂ ਜੇ ਕੋਈ ਅੰਮ੍ਰਿਤ ਦੀ ਦਾਤ ਵੀ ਮਿਲ ਜੇ ਉਹ ਵੀ ਉਹ ਨਸੀਬ ਨਹੀਂ ਕਰ ਪਾਉਂਦੇ। ਸਿਆਣਾ ਬੰਦਾ ਜ਼ਹਿਰ ਨੂੰ ਵੀ ਮਾਰ ਕੇ ਕੁਸ਼ਤਾ ਬਣਾ ਲੈਂਦਾ ਹੈ, ਦਵਾਈ ਬਣਾ ਲੈਂਦਾ ਹੈ, ਤੇ ਉਹਦਾ ਇਲਾਜ ਦਾ ਕੰਮ ਵੀ ਲੈਂਦਾ ਉਹ ਤੋਂ। ਆਪ ਜੀ ਨੂੰ ਇਹ ਬੇਨਤੀਆਂ, ਇਹ ਸਭ ਤੋਂ ਜਿਹੜੇ ਪੁਰਾਤਨ ਗ੍ਰੰਥ ਆ ਜਿਹਦੇ ਵਿੱਚ ਭਾਈ ਬਾਲਾ ਜੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਤਿਹਾਸ ਸੁਣਾਇਆ। ਅੱਜ ਕਈ ਕਹਿ ਦਿੰਦੇ ਆ ਵੀ ਭਾਈ ਬਾਲਾ ਜੀ ਤਾਂ ਹੋਏ ਨਹੀਂ ਸੀਗੇ, ਭਾਈ ਬਾਲਾ ਜੀ ਤਾਂ ਹੋਏ ਨਹੀਂ, ਭਾਈ ਮਰਦਾਨਾ ਜੀ ਹੀ ਸੀਗੇ। ਤਾਂ ਉਹਨਾਂ ਦਾ ਭਾਵ ਇਹ ਹੈ ਅਰਥ ਕਿ ਉਹ ਸਾਡੇ ਪੁਰਾਤਨ ਗ੍ਰੰਥਾਂ ਨੂੰ ਨਹੀਂ ਮੰਨਦੇ। ਜਿਹੜੇ ਪੁਰਾਤਨ ਗ੍ਰੰਥ ਆ ਸਾਡੇ, ਜਨਮ ਸਾਖੀਆਂ, ਭਾਈ ਬਾਲਾ ਜੀ ਵਾਲੀ ਜਨਮ ਸਾਖੀ ਆ, ਇਹ 'ਚ ਭਾਈ ਬਾਲਾ ਜੀ ਉਹਦੇ ਗਵਾਹ ਹਨ ਜੋ ਜੋ ਵੀ ਘਟਨਾਵਾਂ ਹੋਈਆਂ। ਪਰ ਅਸੀਂ ਇਹਨਾਂ ਗੱਲਾਂ ਨੂੰ ਮੰਨਣ ਵਾਸਤੇ ਰਾਜੀ ਨਹੀਂ। ਤਾਂ ਮੈਂ ਤਾਂ ਇਹੀ ਕਹੂੰਗਾ ਵੀ ਅਸੀਂ ਵੀ ਫਿਰ ਕਾਂ ਵਰਗੀ ਜੂਨ 'ਚ ਹੀ ਪਾਵਾਂਗੇ ਨਾ, ਟੇਢੀ ਮੇਢੀ ਚੰਗੀ ਜੂਨ 'ਚ ਕਿੱਥੇ ਪੈ ਜਾਵਾਂਗੇ। ਜੱਗ ਕਊਆ ਮੁਖ ਚੁੰਚ ਗਿਆਨ, ਚੁੰਝ ਗਿਆਨੀ ਬਣ ਜਾਵਾਂਗੇ। ਤਾਂ ਇਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਹੀ ਕਰਨ ਭਾਈ। ਇਸ ਤਰ੍ਹਾਂ ਗੁਰੂ ਜੀ ਨੇ ਭਾਈ ਇਹ ਸਦੀਆਂ ਪੁਰਾਣੇ ਕਾਂ ਦਾ ਉਧਾਰ ਕਰ ਦਿੱਤਾ ਤੇ ਅੱਗੇ ਵਾਸਤੇ ਉਹਨਾਂ ਨੂੰ ਸਿੱਧੇ ਰਾਹ ਪਾਇਆ। ਏਡੀ ਵੱਡੀ ਵਾਰਤਾਲਾਪ ਚੱਲੀ। ਭਾਈ ਮਰਦਾਨਾ ਜੀ ਵੀ ਬੜੇ ਖੁਸ਼ ਹੋ ਗਏ, ਮਹਾਰਾਜ ਆਪ ਜੀ ਜੀਆਂ ਦਾ ਉਧਾਰ ਕਰਦੇ ਹੋ। ਭਾਈ ਬਾਲਾ ਜੀ ਵੀ ਬੜੇ ਪ੍ਰਸੰਨ ਚਿੱਤ ਹੋ ਗਏ। ਮਹਾਰਾਜ ਇੱਥੋਂ ਅੱਗੇ ਵਧੇ ਆ, ਬ੍ਰਾਹਮਣਾਂ ਦੇ ਨਾਲ ਸਤਿਗੁਰੂ ਜੀ ਨੇ ਵਿਚਾਰ ਕੀਤੀ ਆ। ਉੱਥੋਂ ਦਾ ਜਿਹੜਾ ਬ੍ਰਾਹਮਣ ਸੀਗਾ ਹੰਕਾਰ ਆ, ਉਹਦਾ ਵੀ ਮਾਣ ਮਹਾਰਾਜ ਜੀ ਨੇ ਤੋੜ ਦਿੱਤਾ। ਗੁਰੂ ਨਾਨਕ ਦੇਵ ਜੀ ਭਲਾ ਕਰਨ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਬੜੇ ਪ੍ਰੇਮ ਦੇ ਨਾਲ, ਬੜੇ ਸਹਿਜ ਨਾਲ ਇਹ ਕਥਾ ਵਿਚਾਰ ਸੰਪੂਰਨ ਸਰਵਣ ਕੀਤੀ ਹੈ। ਤਾਂ ਇਸ ਤਰ੍ਹਾਂ ਭਾਈ ਕਾਂ ਦਾ ਉਧਾਰ ਹੋਇਆ।
महाराज सच्चे पातशाह जी रहमत ही करन, भुल चुक दी खिमा। नानक नाम चढ़दी कला, तेरे भाणे सरबत दा भला जी। वाहिगुरु जी का खालसा, वाहिगुरु जी की फतेह।